गुड ਈਵਨਿੰਗ ਟੂ ਆਲ ਆਫ ਯੂ ਅਮਰਜੀਤ ਹੇਅਰ ਫਰਮ ਅਮਰ ਪੀਟੀਈ ਕਲਾਸਿਸ। ਅੱਜ ਆਪਾਂ ਗੱਲ ਕਰਾਂਗੇ ਰੀਡਿੰਗ ਫਿਲਿੰਗ ਦਾ ਬਲੈਂਕਸ। ਯੈਸ, ਰੀਡਿੰਗ ਫਿਲਿੰਗ ਦਾ ਬਲੈਂਕਸ ਇਜ਼ ਦੀ ਮੋਸਟ ਇੰਪੋਰਟੈਂਟ ਟੌਪਿਕ ਆਫ ਦੀ ਰੀਡਿੰਗ ਸੈਕਸ਼ਨ ਬਿਕੋਜ਼ ਇਟ ਕੰਟਰੀਬਿਊਟ 15 ਮਾਰਕਸ ਇਨ ਦੀ ਰੀਡਿੰਗ ਸੈਕਸ਼ਨ। ਜੇ ਆਪਾਂ ਗੱਲ ਕਰੀਏ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ, ਤੇ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਆਪਣੇ ਕੰਟਰੀਬਿਊਟ ਕਰਦੇ ਨੇ 22 ਮਾਰਕਸ ਰੀਡਿੰਗ ਦੇ ਵਿੱਚ ਪਲੱਸ 22 ਮਾਰਕਸ ਸਪੀਕਿੰਗ ਦੇ ਵਿੱਚ। ਬਟ ਜਿਹੜਾ ਰੀਡਿੰਗ ਫਿਲਿੰਗ ਦਾ ਬਲੈਂਕਸ ਹੈ ਇਹ ਈਜ਼ੀ ਹੈ ਐਜ਼ ਕੰਪੇਅਰ ਟੂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ, ਤੇ ਤੁਹਾਡੇ 15 ਮਾਰਕਸ ਕੰਟਰੀਬਿਊਟ ਕਰਦਾ ਹੈ ਰੀਡਿੰਗ ਦੇ ਵਿੱਚ। ਸੋ ਆਪਾਂ ਗੱਲ ਕਰਦੇ ਹਾਂ ਟਿਪਸ ਤੇ ਟ੍ਰਿਕਸ ਦੀ। ਸੇ ਜੇ ਆਪਾਂ ਗੱਲ ਕਰੀਏ ਸਪੀਕਿੰਗ ਸੈਕਸ਼ਨ ਦੀ ਜਾਂ ਤੁਸੀਂ ਲਿਸਨਿੰਗ ਸੈਕਸ਼ਨ ਦੀ ਗੱਲ ਕਰੋ ਤਾਂ ਆਪਾਂ ਕਹਿੰਦੇ ਹਾਂ ਕਿ ਬਾਈ ਯੂਜ਼ਿੰਗ ਸਮ ਟਿਪਸ ਐਂਡ ਟ੍ਰਿਕਸ ਯੂ ਕੈਨ ਗੈਟ ਗੁੱਡ ਸਕੋਰ ਇਨ ਸਪੀਕਿੰਗ। For example, in case of repeat sentence, if you are repeating 50% of the content or 60% of the content, then you can get good score in the repeat sentence. Or you can follow some strategies in the describe image as well as in the retell lecture. But as such, there is no trick working in the ਰੀਡਿੰਗ ਸੈਕਸ਼ਨ, ਬਿਕੋਜ਼ ਰੀਡਿੰਗ ਸੈਕਸ਼ਨ ਦੇ ਵਿੱਚ ਜਿਹੜੀ ਵੀ ਮਾਰਕਿੰਗ ਹੈਗੀ ਹੈ, ਅਗਰ ਤੁਸੀਂ ਉਸ ਚੀਜ਼ ਨੂੰ ਠੀਕ ਕਰ ਰਹੇ ਹੋ ਦੈਨ ਯੂ ਵਿਲ ਗੈਟ ਦੀ ਪੁਆਇੰਟਸ। ਅਗਰ ਤੁਸੀਂ ਉਸ ਚੀਜ਼ ਨੂੰ ਗਲਤ ਕੀਤਾ ਹੈ ਦੈਨ ਯੂ ਵਿਲ ਗੈਟ 0 ਪੁਆਇੰਟਸ ਇਨ ਦੈਟ ਪਰਟੀਕੂਲਰ ਸੈਕਸ਼ਨ ਔਰ ਇਨ ਦੈਟ ਪਰਟੀਕੂਲਰ ਬਲੈਂਕਸ। ਸੋ ਟ੍ਰਿਕਸ ਐਜ਼ ਸੱਚ ਕੋਈ ਵੀ ਨਹੀਂ ਹੈਗਾ ਰੀਡਿੰਗ ਸੈਕਸ਼ਨ ਦੇ ਵਿੱਚ, ਓਨਲੀ ਪ੍ਰੈਕਟਿਸ ਇਜ਼ ਦੀ ਸੋਲਿਊਸ਼ਨ ਟੂ ਗੈਟ ਗੁੱਡ ਸਕੋਰ ਇਨ ਦੀ ਰੀਡਿੰਗ ਸੈਕਸ਼ਨ। ਜਿੰਨਾ ਵਧੀਆ ਤੁਸੀਂ ਕੰਟੈਕਸਟ ਨੂੰ ਅੰਡਰਸਟੈਂਡ ਕਰਦੇ ਹੋ, ਜਿੰਨੀ ਵਧੀਆ ਤੁਹਾਡੀਆਂ ਰੀਡਿੰਗ ਸਕਿੱਲਸ ਨੇ, ਜਿੰਨਾ ਵਧੀਆ ਤੁਹਾਨੂੰ ਇੰਗਲਿਸ਼ ਸਮਝ ਆ ਰਹੀ ਹੈ, ਉਸ ਬੇਸਿਸ 'ਤੇ ਤੁਸੀਂ ਜਿਹੜਾ ਵਧੀਆ ਸਕੋਰ ਹੈਗਾ ਉਹ ਲੈ ਸਕਦੇ ਹੋ। ਕਿਉਂਕਿ ਜਿਹੜੇ ਮੋਸਟਲੀ ਬੱਚੇ ਸਟਰਗਲ ਕਰ ਰਹੇ ਨੇ ਉਹ ਰੀਡਿੰਗ ਸੈਕਸ਼ਨ ਦੇ ਵਿੱਚ ਹੀ ਕਰ ਰਹੇ ਨੇ ਸਟਰਗਲ। ਸੋ ਇਹਦੇ ਵਿੱਚ ਕੋਈ ਟ੍ਰਿਕਸ ਨਹੀਂ ਹੈਗੀਆਂ, ਮੀਨਸ ਬਿਨਾਂ ਤਿਆਰੀ ਕੀਤੇ ਤੁਸੀਂ ਵਧੀਆ ਨੰਬਰ ਨਹੀਂ ਲੈ ਸਕਦੇ। हाँ, ਤੁਸੀਂ ਕੁਝ ਟਿਪਸ ਨੂੰ ਜ਼ਰੂਰ ਫੋਲੋ ਕਰ ਸਕਦੇ ਹੋ। ਫॉर एग्जांपल, if you are following some grammar rules then you can get good score in the reading section. For example, if there is a have, has, had before the blank, then you can choose the third form of the verb. Or if there is to before the blank, then you can choose first form of verb. Or by checking the singular or plural you can decide the sentence, particular sentence. And if there is a the before the blank, then you can choose the noun for that particular blank. Means by using some grammar rules you can get good score in the reading filling the blanks, but as such कोई trick नहीं हैगा, only practice is the solution to get good score in the reading filling the blanks. So I am taking test from AP Uni. ਸੋ AP Uni ਦਾ ਟੈਸਟ ਹੈਗਾ, ਸੇ ਤੁਸੀਂ ਵੀ ਮੇਰੇ ਨਾਲ ਇਹ ਟੈਸਟ ਕਰਨਾ ਤੇ ਚੈੱਕ ਕਰਨਾ ਹੈ ਕਿ ਤੁਹਾਡੇ ਸਕੋਰਸ ਕਿਵੇਂ ਆ ਰਹੇ ਨੇ। ਸੋ 5th ਨੰਬਰ ਟੈਸਟ ਹੈਗਾ ਇਹ। ਸੋ ਆਪਣੇ ਕੋਲ ਹੈਗਾ ਪੈਰਾਗ੍ਰਾਫ। ਸੋ ਫਰਸਟ ਅੰਡਰਸਟੈਂਡ ਦੀ context. As the climate, it's putting more heat into the atmosphere and creating more energy that can tornadoes. Large December tornadoes are rare because December tends to be cool, but the US is experiencing unusual warmth this year, including over the Gulf of Mexico, where the heat that fuels tornado forming thunderstorms. ਸੋ ਆਪਣੇ ਕੋਲ ਇੱਥੇ ਆਪਸ਼ਨ ਨੇ ਐਜ਼ ਦੀ ਕਲਾਈਮੇਟ, ਬਟ ਉਸ ਤੋਂ ਅਗਲੀ ਲਾਈਨ ਦੀ ਅਗਰ ਆਪਾਂ ਗੱਲ ਕਰੀਏ ਉਹਨੇ ਕਿਹਾ ਕਿ ਇਟਸ ਪੁਟਿੰਗ ਮੋਰ ਹੀਟ ਇਨਟੂ ਦੀ ਐਟਮੋਸਫੇਅਰ ਐਂਡ ਕ੍ਰੀਏਟਿੰਗ ਮੋਰ ਐਨਰਜੀ। ਸੋ ਹੀਟ ਦੀ ਅਗਰ ਗੱਲ ਹੋ ਰਹੀ ਹੈ, ਮੋਰ ਹੀਟ ਇਨਟੂ ਦੀ ਐਟਮੋਸਫੇਅਰ ਉਹ ਤਾਂ ਹੀ ਹੋਏਗਾ ਅਗਰ ਉਹ ਗਰਮ ਹੋਏਗਾ। ਸੋ ਅਕੋਰਡਿੰਗ ਟੂ ਮੀ ਦੀ ਆਪਸ਼ਨ ਹੇਅਰ ਇਜ਼ ਵਾਰਮਸ, as it's putting more heat into the atmosphere and creating more energy. ਸੋ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜੀ એનર્ਜੀ ਹੈਗੀ ਹੈ ਉਹ ਜ਼ਿਆਦਾ ਕ੍ਰੀਏਟ ਹੋ ਰਹੀ ਹੈ that can. ਸੋ ਉਹ ਕੀ ਕਰ ਸਕਦੇ ਨੇ, ਫੀਡ ਕਰ ਸਕਦੇ ਨੇ ਜਾਂ ਫਿਰ ਗੈਦਰ ਹੈ ਜਾਂ ਡਿਸੈਮੀਨੇਟਸ। ਸੋ ਮੇਰੇ ਅਕੋਰਡਿੰਗ ਉਹਦੇ ਨਾਲ ਕੀ ਹੋਏਗਾ, ਉਹ ਟਰਨੇਡੋਸ ਨੂੰ ਫੀਡ ਕਰਨਗੇ। ਐਂਡ ਦੀ ਲਾਰਜ ਦਸੰਬਰ ਟਰਨੇਡੋਸ ਆਰ ਰੇਅਰ ਬਿਕੋਜ਼ ਦਸੰਬਰ ਟੈਂਡਸ ਟੂ ਬੀ ਕੂਲ, ਕਿ ਜਿਹੜਾ ਦਸੰਬਰ ਹੈ ਮੋਸਟਲੀ ਕੀ ਹੁੰਦਾ ਹੈ, ਠੰਡਾ ਹੁੰਦਾ ਹੈ। ਬਟ ਦੀ US ਇਜ਼ ਐਕਸਪੀਰੀਅੰਸਿੰਗ, US ਦੇ ਵਿੱਚ ਐਕਸਪੀਰੀਅੰਸ ਜਿਹੜੀ ਵਾਰਮਥ ਹੋ ਰਹੀ ਹੈ ਦਿਸ ਈਅਰ, ਇਨਕਲੂਡਿੰਗ ਓਵਰ ਦੀ ਗਲਫ ਆਫ ਮੈਕਸੀਕੋ, ਵੇਅਰ ਦੀ ਹੀਟ ਦੈਟ ਫਿਊਜ਼ ਟਰਨੇਡੋ ਫਾਰਮਿੰਗ ਥੰਡਰਸਟੋਮ ਓਰੀਜਨੇਟਸ। ਸੋ ਹੇਅਰ ਇਟ ਇਜ਼ ਓਰੀਜਨੇਟਸ, ਕਿ ਉੱਥੋਂ ਉਹ ਉਹਨਾਂ ਦਾ ਓਰੀਜਨ ਜਨਰੇਟ ਹੋ ਰਿਹਾ ਹੈ। ਸੋ ਅਕੋਰਡਿੰਗ ਟੂ ਮੀ the answers is warms, feed and originates. So you can check your answers also. Now click on the next button. Now here again 3 blanks and here is 6 options. So first check the options. First is pull, then launched, issued, focused,
टेक एंड डिपेंडेंट। सो मेरे अकॉर्डिंग थानू इन्हां सारियां दा मीनिंग क्लीयर होएगा। लॉन्च किसी चीज़ नू लॉन्च करना, कोई नवी चीज़ आनी, पुल मतलब खिंचना, टेक दैन डिपेंडेंट। सो इत्थे गल हो रही है एन इंटरडिसिप्लिनरी team of scientists have. Now check it, here it is have. Now with have you will use third form of the verb. Now here third form is launched, issued, focused and dependent. A project with the goal of decoding and communicating with sperm whales. The team wants to decode the clicking sound sperm whales use to communicate with one another. To, now here it is to, with to you will use first form of the verb. It of, the researchers plan on leveraging natural language processing, a subfield of AI, on processing written and spoken language. Now here, an interdisciplinary team of scientists have a project with the goal of decoding. Means एक scientist ਦੀ team हैगी है जिन्हां ने एक project ਉਹ ਕੀਤਾ ਹੈ ਜਿਹਦੇ ਵਿੱਚ ਜਿਹਦਾ ਗੋਲ ਹੈਗਾ ਆਫ ਡਿਕੋਡਿੰਗ ਐਂਡ ਕਮਿਊਨੀਕੇਟਿੰਗ ਵਿਦ ਸਪਰਮ ਵੇਲਸ। ਨਾਓ हैव ਦੇ ਨਾਲ ਅਗਰ ਆਪਾਂ ਗੱਲ ਕਰੀਏ ਲੌਂਚਡ ਜਾਂ ਇਸ਼ੂਡ ਜਾਂ ਫੋਕਸਡ ਜਾਂ ਡਿਪੈਂਡੈਂਟ। ਸੋ ਫੋਕਸਡ ਜਾਂ ਡਿਪੈਂਡੈਂਟ ਤਾਂ ਕੁਛ ਨਹੀਂ ਆਏਗਾ ਕਿਉਂਕਿ ਕਿਸੇ ਟੀਮ ਦੀ ਗੱਲ ਹੋ ਰਹੀ ਹੈ, ਕਿਸੇ ਪ੍ਰੋਜੈਕਟ ਦੀ ਗੱਲ ਹੋ ਰਹੀ ਹੈ ਤਾਂ ਆਪਣੇ ਕੋਲ ਲੌਂਚਡ ਜਾਂ ਇਸ਼ੂ ਦੇ ਵਿੱਚ ਇੱਕ ਆਏਗਾ। ਸੋ ਪ੍ਰੋਜੈਕਟ ਲਈ ਆਪਣੇ ਕੋਲ ਜਿਹੜਾ ਬੈਟਰ ਸੁਟੇਬਲ ਵਰਡ ਹੈ ਦੈਟ ਇਜ਼ ਲੌਂਚਡ। ਸੋ ਫਸਟ ਜਿਹੜੀ ਆਏਗੀ ਉਹਦੇ 'ਚ ਕੀ ਆਏਗਾ, ਲੌਂਚਡ ਅ ਪ੍ਰੋਜੈਕਟ with a goal of decoding and communicating with sperm whales. Next is the team wants to decode the clicking sounds. उन्होंने sounds नू decode करना है, use to communicate with one another, ਜਿਹੜੀਆਂ ਉਹ use ਕਰਦੇ ਨੇ to communicate ਇੱਕ ਦੂਜੇ ਨਾਲ ਕਰਨ ਲਈ। So to dash it off, ਸੋ ਇੱਥੇ to ਹੈਗਾ ਉਹਦੇ ਨਾਲ ਫਸਟ ਫਾਰਮ ਆਫ ਵਰਬ ਆਏਗੀ। ਸੋ ਅਗਰ ਆਪਾਂ ਫਸਟ ਫਾਰਮ ਆਫ ਦੀ ਗੱਲ ਕਰੀਏ ਤਾਂ ਆਪਣੇ ਕੋਲ ਇੱਥੇ ਹੈਗਾ ਪੁੱਲ ਐਂਡ टेक। सो टेक आप टेक भी यूज़ कर सकते हैं बट उन्हें कहा कि इट ऑफ, द रिसर्चर प्लान ऑन लिवरेजिंग। सो हेयर वी विल पुल इट ऑफ। पुल हुंदा है कि खिंच के लेके आना क्योंकि उन्होंने इस चीज़ नू बाहर कढ़ना है, इस चीज़ नू डिकोड करना है। सो वी विल यूज़ हेयर पुल। प्लान ऑन लिवरेजिंग नैचुरल लैंग्वेज प्रोसैसिंग अ सब फील्ड ऑफ AI। ਜਿਹੜਾ ਇੱਕ सब फील्ड हैगा AI ਦਾ ਉਹ ਕੀ ਕਰੇਗਾ, डिपेंडेंट ऑन प्रोसैसिंग रिटन एंड स्पोकन लैंग्वेज और फोकस्ड ऑन प्रोसैसिंग एंड रिटन लैंग्वेज। सो अकॉर्डिंग टू द सेंटेंस फोकस्ड इज more suitable here, so we use focused word. Now click on the next option, you can choose your answers according to me. First is launched, second is pull and third is focused. Now next is migration. So first check the options. First is source, shortage, benefit, promote, cooperate, weakness and origin. Now the line is migration can be a potential solution to the predicted of working age populations. Means migration ਦੀ ਗੱਲ ਹੋ ਰਹੀ ਹੈ and the working age population. Next is greater multi-ethnicism and a new global leadership enable both migrant sending and migrant receiving countries too. Now here too we will use first form of verb. Then while protecting the rights of individuals, nation would need to. Now again here is to. Now we use first form of verb at levels that have allowed us today to strategically support and fund the development of excess skilled human capital in countries that are a dash of migrants. So migrants ਦੀ ਗੱਲ ਹੋ ਰਹੀ ਹੈ, working age population ਦੀ ਗੱਲ ਹੋ ਰਹੀ ਹੈ, sending and receivings. So you can understand the context is on the basis of migration and the working age population. So उन्हें क्या है कि migration can be a potential solution. ਜਿਹੜਾ migration ਕੀ ਹੁੰਦਾ ਹੈ ਕਿ ਤੁਸੀਂ ਕਿਤੇ ਹੋਰ migrate ਹੋ ਕੇ ਜਾ ਰਹੇ ਹੋ ਇੱਕ country ਤੋਂ, so ਇੱਕ potential solution ਹੋ ਸਕਦਾ ਹੈ to the predicted. So to the predicted of working age population. So working age population ਦੀ shortage ਵੀ ਹੋ ਸਕਦੀ ਹੈ and source ਵੀ ਹੋ ਸਕਦਾ ਹੈ, weakness ਵੀ ਹੋ ਸਕਦਾ ਹੈ ਤੇ origin ਵੀ ਹੋ ਸਕਦਾ ਹੈ। but according to the sentence ਆਪਾਂ shortage ਦੀ ਗੱਲ ਕਰ ਰਹੇ ਹਾਂ ਕਿਉਂਕਿ ਉਹਨੇ ਅੱਗੇ ਕਿਹਾ ਹੈ ਕਿ both migrate sending and migrate receiving countries too. so ਆਪਾਂ ਇੱਥੇ ਗੱਲ ਕਰਾਂਗੇ shortage. सो अगर आप शॉर्टेज की गल करिए, सैंडिंग तो रिसीविंग की भी गल करिए तो कंट्रीज़ नू की होएगा, बेनीफिट होएगा या तुसी कह सकते हो कि बेनीफिट हैगा, सोर्स हैगा,
कॉपरेट हैगा, वीकनेस है, ओरिजिन है. सो अकॉर्डिंग टू मी बेनिफिट इज द मोस्ट स्टेबल ऑप्शन हेयर. मीन्स माइग्रेंट सेंडिंग एंड रिसीविंग कंट्रीज टू बेनिफिट, उन्होंने बेनिफिट मिलेगा वाइल प्रोटेक्टिंग द राइट्स ऑफ इंडिविजुअल, वो राइट्स ऑफ इंडिविजुअल्स ਨੂੰ भी प्रोटेक्ट करनगे. सो उस तो बाद उन्हें कहा है कि नेशंस वुड नीड टू कोऑपरेट एट लैवल्स. सो इत्थे प्रमोट नहीं आएगा, कोऑपरेट ही करनगे वो at levels that have led us to take date to strategical support and fund the development of excess skilled human capital in countries that are a source of migrants and origin of migrants. So बच्चे इत्थे कन्फ्यूजन हुंदे ने करते हैं कि मैम इत्थे सोर्स भरीए या ओरिजिन भरीए. सो ओरिजिन तुसी कह सकते हो कि उत्थों वो जनरेट होया, मतलब ओरिजिन वर्ड आपां उत्थे यूज़ करते हैं. सो सोर्स इत्थे आपां शॉर्टेज की गल करिए तो सोर्स उहदा किते ना किते पिया होएगा. सो इत्थे आपां जिहड़ा वर्ड यूज़ करांगे वो आपां यूज़ करांगे दैट आर अ सोर्स ऑफ migrant. So according to me answer is shortage, benefit, corporate and source. Now click on the next button. Next is astronomy. ਇੱਥੇ ਹੈਗਾ timing, observation, discipline, identification, knowledge, function and object. I think ਤੁਹਾਨੂੰ meaning ਸਾਰਿਆਂ ਦੇ clear ਹੋਣਗੇ, easy ਨੇ. ਸੋ ਨੇ astronomy ਦੀ ਗੱਲ ਕੀਤੀ ਹੈ as a science that studies virtually everything beyond the earth. It emphasizes the when and where a celestial dash can be observed. Astronomy requires the skill of careful in order to understand and discover depth of the universe. It was through observations that preliminary understanding of dash of days, nights and monthly patterns was achieved. So ਇੱਥੇ ਉਹਨੇ ਕਿਹਾ ਕਿ astronomy is a science, ਉਹ ਇੱਕ ਸਾਇੰਸ ਹੈਗੀ ਹੈ. ਸੋ ਇੱਥੇ ਤੁਸੀਂ ਕੀ ਯੂਜ਼ ਕਰ ਸਕਦੇ ਹੋ, ਇੱਥੇ ਜਿਹੜੀਆਂ ਆਪਸ਼ਨਸ ਪਈਆਂ ਨੇ, ਐਸਟ੍ਰੋਨਮੀ ਇਜ਼ ਅ ਸਾਇੰਸ, ਡਿਸਿਪਲਿਨ, ਔਰ ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗ ਰਿਹਾ ਇੱਥੇ ਕੋਈ ਆਪਸ਼ਨ ਹੈਗੀ, ਕਿਉਂਕਿ ਆਪਣੇ ਕੋਲ 4 ਬਲੈਂਕਸ ਨੇ ਅਤੇ ਇੱਥੇ ਆਪਣੇ ਕੋਲ 7 ਆਪਸ਼ਨਸ ਨੇ. ਸੋ ਤੁਸੀਂ ਸਾਇੰਸ ਦੇ ਨਾਲ ਡਿਸਿਪਲਿਨ ਯੂਜ਼ ਕਰ ਸਕਦੇ ਹੋ ਜਾਂ ਬ੍ਰਾਂਚ ਯੂਜ਼ ਕਰ ਸਕਦੇ ਹੋ. ਸੋ ਇੱਥੇ ਬ੍ਰਾਂਚ ਦਾ ਆਪਣੇ ਕੋਲ ਆਪਸ਼ਨ ਨਹੀਂ ਹੈਗਾ, ਸੋ ਆਈ ਵਿਲ ਯੂਜ਼ ਡਿਸਿਪਲਿਨ. नेक्स्ट लाइन हैगी है इट एम्फेसाइज द वैन एंड वेयर अ सैलेस्टियल. सो मतलब की अपीयर होया, कैन बी ऑबजर्वड, मतलब तुसी उस चीज़ नू ऑबजर्व कर सकते हो. सो इत्थे आपां अगर ऑबजर्व की गल करिए तो नॉलेज नू ऑबजर्व नहीं करांगे, फंक्शन नू, आइडेंटिफिकेशन, ऑबजरवेशन तो वैसे नहीं आएगा, टाइमिंग. सो इत्थे जिहड़ा ऑप्शन आएगा ऑब्जेक्ट कैन बी ऑबजर्व. नैक्सट इज एस्ट्रोनॉमी रिक्वायर्स द स्किल ऑफ केयरफुल. सो तुसी हुण इत्थे देखना है कि इत्थे उन्हें ऑबजर्व की गल कीती है तो इत्थे की आएगा केयरफुल, किस चीज़ की केयरफुल करेगा वो, आइडेंटिफिकेशन, नॉलेज या फंक्शन तो नहीं करेगा. सो इत्थे ईजी हैगा, इत्थे अपने को आएगा ऑब्जरवेशन इन ऑर्डर टू अंडरस्टैंड एंड डिस्कवर डेप्थ ऑफ द यूनिवर्स. नैक्सट इज प्रीलिमिनरी अंडरस्टैंडिंग ऑफ. सो अंडरस्टैंडिंग ऑफ, फंक्शन ऑफ डेज नहीं आएगा, टाइमिंग ऑफ डेज, क्योंकि होर तो कोई वर्ड जड़ा हैगा अपने को इत्थे सुटेबल ही नहीं बन रहा. टाइमिंग ऑफ डेज, नाइट्स एंड मंथली पैटर्न्स वॉज अचीव्ड. सो अकॉर्डिंग टू मी द ऑप्शंस आर डिसिप्लिन, ऑब्जेक्ट, ऑब्जर्वेशन एंड टाइमिंग. नाउ क्लिक ऑन नेक्स्ट बटन. नेक्स्ट इज ऑप्शंस आर फुलफिलिंग, कमिट, कैटेगराइज, ब्रॉडन, इम्पोजिंग, एक्सपोजिंग एंड ट्रांसफर. Now next is one of the best ways to make new friends and strengthen existing relationship is to dash to a shared activity together. Volunteering is a great way to meet new people, especially if you are new to an era. Volunteering can also strengthen your ties to the community. So ਇੱਥੇ ਆਪਾਂ community ਦੀ ਗੱਲ ਕਰ ਰਹੇ ਹਾਂ and your support network. So अगर ਇੱਥੇ community ਦੀ ਗੱਲ ਹੋ ਰਹੀ ਹੈ ਤਾਂ ਇਸ ਤੋਂ related ਹੀ ਕੋਈ word ਇੱਥੇ ਆਏਗਾ. Dash
to people with common interest, neighborhood, resources and fun and dash activities। एक तुसी ध्यान रखना है ਜਿਹੜਾ drag down blanks ने ਜਿਹੜੀਆਂ ਆਪਾਂ blanks ਕਰ ਰਹੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਆਪਾਂ ਜਿਹੜੀ ਫਰਸਟ ਆਪਸ਼ਨ ਹੈ ਉਹਨੂੰ ਗਲਤ ਫਿਲ ਕਰ ਦਿੰਦੇ ਆ। ਸੋ ਉਹਦੇ ਨਾਲ ਕੀ ਹੁੰਦਾ ਕਿ ਆਪਣੀਆਂ ਬਾਕੀਆਂ ਆਪਸ਼ਨਸ ਵੀ ਗਲਤ ਹੁੰਦੀਆਂ ਨੇ। ਸੋ ਮੇਰੀ ਸੁਜੈਸ਼ਨ ਇਹ ਹੈ ਕਿ ਜਿਸ ਬਲੈਂਕ ਦੇ ਵਿੱਚ ਤੁਸੀਂ ਪਹਿਲਾਂ ਸ਼ੋਰ ਹੈਗੇ ਆ ਕਿ ਤੁਹਾਨੂੰ ਇਸ ਦਾ ਆਨਸਰ ਪਤਾ ਹੈਗਾ ਤਾਂ ਤੁਸੀਂ ਉਹੀ ਬਲੈਂਕ ਪਹਿਲਾਂ ਚੂਜ਼ ਕਰਨੀ ਹੈ। ਸੋ ਪਹਿਲੀ ਹੈਗੀ one of the best ways to make new friends and strengthen existing relationship is to a shared activity। ਮੀਨਸ ਤੁਸੀਂ ਕੋਈ ਸ਼ੇਅਰਡ ਐਕਟੀਵਿਟੀ ਕਰਨੀ ਹੈ ਜਿਹੜੀ ਇਕੱਠੇ ਹੋ ਕੇ ਕਰਨੀ ਹੈ ਕਿਉਂਕਿ ਵਲੰਟਰਿੰਗ ਦੀ ਗੱਲ ਹੋ ਰਹੀ ਹੈ ਇੱਥੇ। ਸੋ ਇੱਥੇ ਆਪਣੇ ਕੋਲ ਫੁਲਫਿਲਿੰਗ ਟੂ ਅ ਸ਼ੇਅਰਡ ਐਕਟੀਵਿਟੀ, ਕਮਿਟ, ਕੈਟੇਗਰਾਈਜ਼, ਬ੍ਰੌਡਨ, ਇੰਪੋਜ਼ਿੰਗ, ਐਕਸਪੋਜ਼ਿੰਗ ਜਾਂ ਟਰਾਂਸਫਰ। ਸੋ ਇਸ ਤੋਂ ਬਾਅਦ ਪਹਿਲਾਂ ਨੈਕਸਟ ਦੇਖਦੇ ਹਾਂ। ਫਿਰ ਉਹਨੇ ਕਿਹਾ ਕਿ ਵਲੰਟਰਿੰਗ ਇਜ਼ ਅ ਗ੍ਰੇਟ ਵੇ ਟੂ ਮੀਟ ਨਿਊ ਪੀਪਲ ਸਪੈਸ਼ਲੀ ਇਫ ਯੂ ਆਰ ਨਿਊ ਟੂ ਐਨ ਇਰਾ। ਵਲੰਟਰਿੰਗ ਕੈਨ ਆਲਸੋ ਸਟਰੈਂਥਨ ਯੂਅਰ ਟਾਈਜ਼ ਟੂ ਦੀ ਕਮਿਊਨਿਟੀ। ਸੋ ਟੂ ਦੀ ਕਮਿਊਨਿਟੀ ਤੋਂ ਬਾਅਦ ਉਹਨੇ ਕਿਆ ਕਹੂਗਾ ਐਂਡ ਡੈਸ਼ ਯੂਅਰ ਸਪੋਰਟ ਨੈਟਵਰਕ, ਮਤਲਬ ਤੁਹਾਡੇ ਸਪੋਰਟ ਨੈਟਵਰਕ ਦੀ ਗੱਲ ਕਰੀ ਹੈ। ਸੋ ਉਹਨੇ ਕੀ ਕਿਹਾ ਕਿ ਅਗਰ ਤੁਸੀਂ ਕਮਿਊਨਿਟੀ ਨਾਲ ਟਾਈ ਕਰੋਗੇ ਤਾਂ ਜਿਹੜਾ ਤੁਹਾਡਾ ਸਪੋਰਟ ਨੈਟਵਰਕ ਹੈ ਉਹ ਵਧਣਾ ਚਾਹੀਦਾ ਹੈ। ਸੋ ਇੱਥੇ ਅਗਰ ਵਧਣ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਰਿਹਾ ਐਂਡ ਬ੍ਰੌਡਨ ਯੂਅਰ ਸਪੋਰਟ ਨੈਟਵਰਕ। ਯੂ ਟੂ ਪੀਪਲ ਵਿਦ ਕਾਮਨ ਇੰਟਰਸਟ ਮੀਨਸ ਅਗਰ ਤੁਹਾਡੇ ਕੋਲ ਕਾਮਨ ਇੰਟਰਸਟ ਦੇ ਪੀਪਲ ਨੇ ਜਿਨ੍ਹਾਂ ਨਾਲ ਤੁਹਾਡਾ ਇੰਟਰਸਟ ਸੇਮ ਮੈਚ ਹੁੰਦਾ, ਤੁਹਾਡਾ ਇੰਟਰਸਟ ਤੁਹਾਡੀਆਂ ਸੇਮ ਵਾਈਬਸ ਮੈਚ ਹੁੰਦੀਆਂ ਨੇ। ਸੋ ਇੱਥੇ ਆਪਾਂ ਕੀ ਯੂਜ਼ ਕਰਾਂਗੇ, ਇੰਪੋਜ਼ਿੰਗ ਜਾਂ ਐਕਸਪੋਜ਼ਿੰਗ ਦੋਨਾਂ ਦੇ ਵਿੱਚੋਂ ਆਏਗਾ। ਸੋ ਇੱਥੇ ਮੇਰੇ ਅਕੋਰਡਿੰਗ ਕੀ ਆਏਗਾ, ਐਕਸਪੋਜ਼ਿੰਗ। ਸੋ ਨੈਕਸਟ ਉਹਨੇ ਕਿਹਾ ਨੇਬਰਹੁੱਡ ਰਿਸੋਰਸਿਸ ਐਂਡ ਫਨ ਐਂਡ ਡੈਸ਼ ਐਕਟੀਵਿਟੀਜ਼। ਸੋ ਇੱਥੇ ਆਪਾਂ ਅਗਰ ਗੱਲ ਕਰੀਏ ਕੈਟਾਗਰਾਈਜ਼, ਇੰਪੋਜ਼ਿੰਗ ਤਾਂ ਨਹੀਂ ਆਏਗਾ, ਟਰਾਂਸਫਰ ਐਕਟੀਵਿਟੀਜ਼ ਵੀ ਨਹੀਂ ਬਣ ਰਿਹਾ। ਸੋ ਮੇਰੇ ਅਕੋਰਡਿੰਗ ਇੱਥੇ ਫੁਲਫਿਲਿੰਗ ਐਕਟੀਵਿਟੀਜ਼ ਹੀ ਬਣ ਰਿਹਾ। So fulfilling is in the last blank and commit is in the first blank. So according to me answer is commit, broaden, exposing and fulfilling. Now click on the next button and submitting answers. Check the result. So अगर ਆਪਾਂ ਗੱਲ ਕਰੀਏ ਇੱਥੇ ਆਨਸਰਸ ਦੀ ਸੋ ਇਹ ਪੈਰਾਗ੍ਰਾਫਸ ਜ਼ਿਆਦਾ ਡਿਫਿਕਲਟ ਨਹੀਂ ਸੀਗੇ ਬਟ ਅਗਰ ਤੁਸੀਂ ਗੱਲ ਕਰੋ ਕਿ ਤੁਹਾਡੇ ਕੋਲ ਜਿਹੜੀਆਂ ਆਪਸ਼ਨਸ ਨੇ ਉਹਨਾਂ ਦੇ ਕਈ ਵਾਰ ਜਿਹੜੇ ਮੀਨਿੰਗ ਹੁੰਦੇ ਨੇ ਉਹ ਸਿਮਿਲਰ ਹੁੰਦੇ ਨੇ। ਸੋ ਆਪਣੇ ਕੋਲ 5 ਪੈਰਾਗ੍ਰਾਫ ਸੀਗੇ ਇੱਕ ਟੈਸਟ ਦੇ ਵਿੱਚ, ਇੱਕ ਕੁਐਸਚਨ ਟੈਸਟ ਦੇ ਵਿੱਚ। ਸੋ ਫਰਸਟ ਸੀਗਾ ਵਾਰਮ, ਸੈਕਿੰਡ ਸੀਗਾ ਫੀਡ ਟਰਨੇਡੋਜ਼ ਐਂਡ ਦ ਲਾਸਟ ਇਜ਼ ਦੀ originates and there is 3 blanks and 3 out of 3. And next have launched a project because here it is have टू है the simple first form of verb, then AI focused on processing written and spoken language. So 3. Next is migration, shortage, first option is blank is shortage. Next is benefit, corporate and source of migrants. Next is discipline, object, observation and timing of days. Next is commit, broaden, exposing and fulfilling activities. ਸੋ ਇਸ ਤਰ੍ਹਾਂ ਕਰਕੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਐਪ ਯੂਨੀ ਤੇ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਬਲੈਂਕਸ ਜੇ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ। ਸੋ ਆਪਣੇ ਕੋਲ ਜਿਹੜੀਆਂ ਟੋਟਲ ਬਲੈਂਕ ਸੀਗੀਆਂ 4, 4, 8, 4, 12, 15, 18। ਸੋ ਆਪਣੇ ਕੋਲ ਟੋਟਲ 18 ਬਲੈਂਕ ਸੀਗੀਆਂ। ਸੋ ਤੁਹਾਡੇ ਕੋਲ ਫਾਈਨਲ ਦੇ ਵਿੱਚ ਵੀ 20 to 25 ਬਲੈਂਕਸ ਵੇਰੀ ਕਰ ਸਕਦੀਆਂ ਨੇ। 4 to 5 ਕੁਐਸਚਨਸ ਤੁਹਾਨੂੰ ਬਲੈਂਕਸ ਦੇ ਆਉਂਦੇ ਨੇ ਫਾਈਨਲ ਦੇ ਵਿੱਚ। ਇਸ ਤੋਂ ਬਾਅਦ ਵੀ ਜੇ ਤੁਹਾਨੂੰ ਕਿਸੇ ਪਰਟੀਕੂਲਰ ਸੈਕਸ਼ਨ ਦੇ ਵਿੱਚ ਪ੍ਰੋਬਲਮ ਹੈਗੀ ਹੈ, ਕਿਸੇ ਪਰਟੀਕੂਲਰ ਮੋਡਿਊਲ ਦੇ ਵਿੱਚ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਕੋਈ ਟੀਚਿੰਗ ਹੈਲਪ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਮੈਨੂੰ ਮੇਲ ਕਰ ਸਕਦੇ ਹੋ amarpteclasses@gmail.com. and don't forget to like and share these videos and subscribe to my channel. Thank you so much for watching this video.